ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਖੇਤੀ ਕਾਨੂੰਨ ਕੇਂਦਰ ਸਰਕਾਰ ਵੱਲੋਂ ਡੈਡਲੌਕ ਖਤਮ, ਗੈਰ ਰਸਮੀ ਗੱਲਬਾਤ ਸ਼ੁਰੂ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਅੱਜ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਖੋਲ੍ਹ ਦਿੱਤਾ ਗਿਆ ਤੇ ਉਸ ਦਾ ਸਾਰੀ ਸਿਆਸੀ ਧਿਰਾਂ ਵੱਲੋਂ ਲਾਹਾ ਲੈਣ ਦੀ ਜਿਹੜੀ ਹੈਗੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਚਰਚਾ ਇਹ ਵੀ ਚੱਲ ਰਹੀ ਹੈ ਵੀ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜਾ ਹੈਗਾ ਕਿਸਾਨਾਂ ਨਾਲ ਗੱਲਬਾਤ ਦਾ ਮਾਹੌਲ ਬਣਾਉਣ ਲਈ ਇਹ ਫੈਸਲਾ ਜਿਹੜਾ ਲਿੱਤਾ ਗਿਆ। ਅਸੀਂ ਜਾਣਨਾ ਚਾਹਾਂਗੇ ਇਸ ਦੇ ਪਿੱਛੇ ਇੱਕ ਤਾਂ ਸੱਚਾਈ ਕੀ ਹੈ, ਇਸ ਦੇ ਨਾਲ ਹੀ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਖੋਲ੍ਹਿਆ ਗਿਆ ਇਹ ਕਿਹੜੀਆਂ ਗੱਲਾਂ ਨੂੰ ਲੈ ਕੇ ਤੇ ਕਿਹੜੇ ਹਾਲਾਤਾਂ ਵਿੱਚ ਖੋਲ੍ਹਿਆ ਗਿਆ। ਦੇਖੋ, ਭਾਰਤ ਸਰਕਾਰ ਨੇ ਲੰਘੇ ਕੱਲ੍ਹ ਫੈਸਲਾ ਕੀਤਾ ਸੀ ਜਿਸ ਦੇ ਤਹਿਤ ਅੱਜ ਜਿਹੜਾ ਕਰਤਾਰਪੁਰ ਲਾਂਘਾ ਹੈ ਜਿਹੜਾ ਉਹ ਖੋਲ੍ਹ ਦਿੱਤਾ ਗਿਆ ਅਤੇ ਤਕਰੀਬਨ 20 ਮਹੀਨੇ ਦੇ ਅਰਸੇ ਮਗਰੋਂ ਇਹ ਲਾਂਘਾ ਅੱਜ ਜਿਹੜਾ ਖੁੱਲ੍ਹਿਆ ਜੀ। ਜਿਸ ਟਾਈਮ ਕੋਵਿਡ ਦਾ ਸਟਾਰਟ ਹੋਇਆ ਇੰਡੀਆ ਦੇ ਵਿੱਚ, ਤਾਂ ਉਸ ਟਾਈਮ ਮਾਰਚ 2020 ਦੇ ਵਿੱਚ ਇਹ ਫੈਸਲਾ ਹੋਇਆ ਸੀ ਜਿਸ ਦੇ ਤਹਿਤ ਇਹ ਕਰਤਾਰਪੁਰ ਲਾਂਘਾ ਬੰਦ ਕੀਤਾ ਗਿਆ ਸੀ ਜੀ। ਸੋ ਅੱਜ ਖੋਲ੍ਹਿਆ ਗਿਆ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਜੀ, ਉਹ 19 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਅਤੇ ਪ੍ਰਕਾਸ਼ ਪੁਰਬ ਤੋਂ 2 ਦਿਨ ਪਹਿਲਾਂ ਇਹ ਲਾਂਘਾ ਖੁੱਲ੍ਹਣਾ ਇੱਕ ਚੰਗਾ ਸ਼ਗਨ ਹੈ ਜੀ, ਕਿਉਂਕਿ ਸਿੱਖਾਂ ਦੀ ਇੱਕ ਲੰਬੇ ਸਮੇਂ ਤੋਂ ਇਹ ਅਰਦਾਸ ਰਹੀ ਹੈ। ਜੀ। ਅਗਰ ਇਹਨੂੰ ਆਪਾਂ ਦੋ ਪਹਿਲੂਆਂ ਤੋਂ ਦੇਖੀਏ, ਪਹਿਲਾ ਇਹ ਕਿ ਜੇ ਕਾਨੂੰਨੀ ਨਜ਼ਰੀਏ ਤੋਂ ਇਸ ਨੂੰ ਦੇਖਣਾ ਹੋਵੇ ਤਾਂ ਇਹ ਭਾਰਤ ਸਰਕਾਰ ਦਾ ਨਵਾਂ ਫੈਸਲਾ ਨਹੀਂ ਹੈਗਾ। ਕੁਝ ਸਮਾਂ ਪਹਿਲਾਂ ਜਿਹੜਾ ਕੌਮਾਂਤਰੀ ਪੱਧਰ 'ਤੇ ਭਾਰਤ ਸਰਕਾਰ ਔਰ ਪਾਕਿਸਤਾਨ ਸਰਕਾਰ ਦੀ ਹਰੀ ਝੰਡੀ ਮਗਰੋਂ ਇਹ ਲਾਂਘਾ ਪਹਿਲੀ ਦਫਾ ਖੁੱਲ੍ਹਿਆ ਸੀ, ਜੀ। ਜਿਸ ਨੂੰ ਕੋਵਿਡ ਦਾ ਜਦੋਂ ਲੋਕਡਾਊਨ ਲੱਗਿਆ ਉਸ ਟਾਈਮ ਇਸ ਨੂੰ ਬੰਦ ਕੀਤਾ ਗਿਆ ਸੀਗਾ ਕਿਉਂਕਿ ਟੋਟਲ ਸਮੁੱਚਾ ਜਿਹੜਾ ਕਾਰੋਬਾਰ ਵੀ ਬੰਦ ਕੀਤਾ ਗਿਆ ਸੀਗਾ। ਉਸ ਮਹਾਂਮਾਰੀ ਦੀ ਨਜ਼ਰ ਤੋਂ ਇਹ ਫੈਸਲਾ ਲਿਆ ਗਿਆ ਸੀ ਉਸ ਵਕਤ ਦੀ ਸਰਕਾਰ ਵੱਲੋਂ। ਜੀ। ਦੂਸਰਾ, ਇਸ ਨੂੰ ਆਪਾਂ ਸਿਆਸੀ ਪਹਿਲੂ ਦੇਖੀਏ ਤਾਂ ਪੰਜਾਬ ਇੱਕ ਬਾਰਡਰ ਸਟੇਟ ਹੈ ਔਰ ਪਿਛਲੇ ਅਰਸੇ ਤੋਂ ਪੰਜਾਬ ਦੇ ਲੋਕਾਂ ਦਰਮਿਆਨ ਔਰ ਭਾਰਤ ਸਰਕਾਰ ਦਰਮਿਆਨ ਜਿਹੜੇ ਸਬੰਧ ਹੈ ਉਹ ਸੁਖਾਵੇਂ ਨਹੀਂ ਰਹੇ। ਜੀ। ਬੇਸ਼ੱਕ ਜਦੋਂ ਕਾਂਗਰਸ ਦੀਆਂ ਸਰਕਾਰਾਂ ਕੇਂਦਰ ਦੇ ਵਿੱਚ ਰਹੀਆਂ ਨੇ ਤਾਂ ਉਸ ਟਾਈਮ ਵੀ ਇਹ ਇਲਜ਼ਾਮਬਾਜ਼ੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾਂਦੀ ਸੀ ਕਿ ਕੇਂਦਰ ਸਰਕਾਰ ਜਿਹੜੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਹੈ ਜਿਹੜਾ ਕਰ ਰਹੀ ਹੈ। ਜੀ। ਪਰ ਜਦੋਂ ਭਾਰਤ ਸਰਕਾਰ ਨੇ ਹੁਣ 3 ਖੇਤੀ ਕਾਨੂੰਨ ਲਿਆਂਦੇ ਨੇ ਜੀ। ਤਾਂ ਉਹਦੇ ਨਾਲ ਵੀ ਇੱਕ ਇਹ ਝੌਲਾ ਜਿਹੜਾ ਉਹ ਸੱਚ ਹੈ ਜਿਹੜਾ ਉਹ ਲੱਗਣ ਲੱਗ ਗਿਆ ਕਿ ਜਿਹੜੀ ਭਾਜਪਾ ਸਰਕਾਰ ਹੈ ਉਸੇ ਪਦ ਚਿੰਨ੍ਹਾਂ 'ਤੇ ਜਿਹੜੀ ਚੱਲ ਰਹੀ ਹੈ ਔਰ ਪੰਜਾਬ ਨਾਲ ਇੱਕ ਤਰ੍ਹਾਂ ਨਾਲ ਵਿਤਕਰਾ ਕਰ ਰਹੀ ਹੈ। ਜੀ। ਉਸ ਤੋਂ ਬਾਅਦ ਜਿਹੜਾ ਹੁਣ ਹਾਲ ਦੇ ਵਿੱਚ ਫੈਸਲਾ ਹੋਇਆ BSF ਦਾ ਦਾਇਰਾ ਵਧਾਉਣ ਵਾਲਾ, ਜੀ। ਤਾਂ ਇਹਦੇ ਨਾਲ ਗੱਲ ਹੈ ਜਿਹੜੀ ਉਹ ਹੋਰ ਪਕੇਰੀ ਹੋ ਗਈ ਸੀ ਕਿ ਭਾਜਪਾ ਸਰਕਾਰ ਹੈ ਜਿਹੜੀ ਕੇਂਦਰ ਦੀ, ਇਹਦਾ ਪੰਜਾਬੀਆਂ ਪ੍ਰਤੀ ਇਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਨਫ਼ਰਤ ਪਈ ਹੈ। ਜੀ। ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਤਾਂ ਹੁਣ ਮਹਿਸੂਸ ਭਾਰਤ ਸਰਕਾਰ ਵੀ ਅੰਦਰੋਂ ਅੰਦਰੀ ਕਰ ਰਹੀ ਹੈ, ਪ੍ਰਧਾਨ ਮੰਤਰੀ ਵੀ ਕਰ ਰਹੇ ਸੀਗੇ, ਪਰ ਉਹਨਾਂ ਨੂੰ ਲੱਗਿਆ ਕਿ ਸਾਨੂੰ, ਕਿਉਂਕਿ ਅੱਗੇ ਚੋਣਾਂ ਵੀ ਹੁਣ ਆ ਰਹੀਆਂ 5 ਸੂਬਿਆਂ ਦੀਆਂ, ਕਿ ਸਾਨੂੰ ਆਪਣੇ ਜਿਹੜੇ ਹਾਲਾਤ ਹੈ ਉਹ ਸਾਜ਼ਗਾਰ ਕਰਨੇ ਚਾਹੀਦੇ ਆ। ਜੀ। ਤਾਂ ਇਸ ਨਜ਼ਰ ਤੋਂ ਦੇਖੀਏ ਤਾਂ ਭਾਰਤ ਸਰਕਾਰ ਨੇ ਇੱਕ ਪਹਿਲੂ ਜਿਹੜਾ ਇਹ ਵੀ ਧਿਆਨ 'ਚ ਰੱਖਿਆ ਹੋਏਗਾ ਕਿ ਅਸੀਂ ਇੱਕ ਸੁਖਾਵਾਂ ਮਾਹੌਲ ਬਣਾਉਣ ਦੇ ਲਈ ਪੰਜਾਬ ਦੇ ਲੋਕਾਂ ਨਾਲ ਜਿਹੜੀ ਮੁੜ ਜਿਹੜੇ ਤੰਦ ਹੈ ਜੋੜਨ ਦੇ ਲਈ ਇਸ ਕਿਸਮ ਦਾ ਫੈਸਲਾ ਕਰੀਏ ਜਿਹਦੇ ਨਾਲ ਸਿੱਖ ਭਾਈਚਾਰੇ ਨੂੰ ਇੱਕ ਵੱਡੀ ਰਾਹਤ ਮਹਿਸੂਸ ਹੋਵੇ ਔਰ ਉਹਨਾਂ ਦੀ ਮੰਗ ਪੂਰੀ ਹੋਵੇ। ਜੀ। ਉਹ ਜ਼ਮੀਨੀ ਧਰਾਤਲ 'ਤੇ ਇੱਕ ਤਿਆਰੀ ਕੀਤੀ ਗਈ ਹੈ ਇੱਕ ਤਰੀਕੇ ਨਾਲ, ਇਸ ਨਜ਼ਰੀਏ ਤੋਂ ਵੀ ਅਸੀਂ ਦੇਖ ਸਕਦੇ ਹੈਗੇ ਹਾਂ। ਹਾਲਾਂਕਿ ਇਹ ਮੰਗ ਹੈ ਜਿਹੜੀ ਅਲੱਗ-ਅਲੱਗ ਪਲੇਟਫਾਰਮਾਂ 'ਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਕੇਂਦਰ ਸਰਕਾਰ ਕੋਲ ਉਠਾਈ ਸੀ। ਜੀ। ਅਤੇ ਹੁਣ ਇਹਦੇ ਵਿੱਚ ਕ੍ਰੈਡਿਟ ਬਾਰ ਵੀ ਲੈਣ ਦੇ ਲਈ ਹਰ ਪਾਰਟੀ ਹੈ ਜਿਹੜੀ ਇੱਕ ਦੂਸਰੇ ਤੋਂ ਅੱਗੇ ਵਧ ਰਹੀ ਹੈ। ਜਿਸ ਤਰ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਅੱਜ ਕਿਹਾ ਹੈ ਕਿ ਜੀ ਉਹ ਪ੍ਰਧਾਨ ਮੰਤਰੀ ਨੂੰ ਮਿਲੇ ਸੀ ਅਤੇ ਉਹਨਾਂ ਦੀ ਪਹਿਲੀ ਮੰਗ ਹੈ ਜਿਹੜੀ ਇਹ ਸੀ ਅਤੇ ਪੰਜਾਬ ਸਰਕਾਰ ਦੀ ਜਿਹੜੀ ਮੰਗ ਹੈ ਉਹ ਸਵੀਕਾਰ ਕੀਤੀ ਗਈ ਹੈ ਭਾਰਤ ਸਰਕਾਰ ਵੱਲੋਂ। ਜੀ। ਅਤੇ ਦੂਸਰੀ ਤਰਫ ਜਿਹੜੀ ਭਾਜਪਾ ਦਾ ਪੰਜਾਬ ਯੂਨਿਟ ਹੈ ਉਹ ਕਹਿੰਦੇ ਕਿ ਜੀ ਅਸੀਂ ਜਦੋਂ ਮੰਗ ਪੱਤਰ ਦਿੱਤਾ, ਵਫਦ ਮਿਲ ਕੇ ਆਏ, ਤਾਂ ਉਸ ਨੂੰ ਇਹ ਸਾਡੇ ਯਤਨਾਂ ਨੂੰ ਇੱਕ ਤਰ੍ਹਾਂ ਦਾ ਬੂਰ ਪਿਆ, ਜਿਸ ਕਰਕੇ ਕਰਤਾਰਪੁਰ ਲਾਂਘਾ ਜਿਹੜਾ ਮੁੜ ਖੋਲ੍ਹਿਆ ਗਿਆ ਹੈ। ਜੀ। ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ, ਉਹਨਾਂ ਦਾ ਇਹ ਦਾਅਵਾ ਹੈ
ਕਿ ਉਹ ਬਾਰ-ਬਾਰ ਚਿੱਠੀਆਂ ਲਿਖ ਰਹੇ ਸਨ ਪ੍ਰਧਾਨ ਮੰਤਰੀ ਨੂੰ ਲਾਂਘਾ ਖੋਲ੍ਹਣ ਬਾਰੇ, ਤਾਂ ਉਹਨਾਂ ਵੱਲੋਂ ਲਿਖੀਆਂ ਗਈਆਂ ਚਿੱਠੀਆਂ ਦਾ ਜਿਹੜਾ ਅਸਰ ਹੈ ਉਹ ਸਾਨੂੰ ਹੁਣ ਦੇਖਣ ਨੂੰ ਮਿਲਿਆ ਕਿ ਸਰਕਾਰ ਨੇ ਇਹ ਫੈਸਲਾ ਲਿਆ ਜੀ। ਚਲੋ ਕਿਸੇ ਵੀ ਨਜ਼ਰ ਤੋਂ ਲਿਆ ਹੋਵੇ, ਪਰ ਇਹ ਇੱਕ ਚੰਗਾ ਸ਼ਗਨ ਹੈ, ਚੰਗੀ ਪਹਿਲ ਹੈ ਕਿ ਇਹ ਲਾਂਘਾ ਜਿਹੜਾ ਮੁੜ ਖੁੱਲ੍ਹਿਆ, ਕਿਉਂਕਿ ਸਾਰੇ ਕੋਵਿਡ ਦਾ ਪ੍ਰਕੋਪ ਹੈ ਜਿਹੜਾ ਉਹ ਘਟ ਗਿਆ। ਜਦੋਂ ਜ਼ਿੰਦਗੀ ਹੁਣ ਮੁੜ ਲੀਹ 'ਤੇ ਆਈ ਹੈ ਤਾਂ ਇਹ ਲਾਂਘਾ ਵੀ ਇੱਕ ਤਰੀਕੇ ਨਾਲ ਖੋਲ੍ਹਣਾ ਬਣਦਾ ਸੀ। ਬਿਲਕੁਲ। ਹਾਲਾਂਕਿ ਚਰਚਾ ਇਹ ਵੀ ਹੈ ਆਤਿਸ਼ ਕਿ ਇਹ ਸਾਰੀ ਸਕ੍ਰਿਪਟ ਹੈ ਜਿਹੜੀ ਪਹਿਲਾਂ ਤਿਆਰ ਕੀਤੀ ਗਈ ਸੀ ਇੱਕ ਹਫ਼ਤਾ ਪਹਿਲਾਂ, ਜਿਹਦੇ ਵਿੱਚ ਭਾਰਤ ਸਰਕਾਰ ਨੇ ਜਿਹੜਾ ਪੰਜਾਬ ਦਾ ਜੋ BJP ਦਾ ਯੂਨਿਟ ਹੈ ਉਸ ਨੂੰ ਬੁਲਾਇਆ ਗਿਆ ਜੀ। ਉਸ ਯੂਨਿਟ ਨੇ ਮੰਗ ਪੱਤਰ ਦਿੱਤਾ, ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ, ਗ੍ਰਹਿ ਮੰਤਰੀ ਔਰ ਰਾਸ਼ਟਰਪਤੀ ਤੋਂ ਇਲਾਵਾ ਜਿਹੜਾ ਉਹਨਾਂ ਦਾ ਆਪਣਾ ਭਾਜਪਾ ਦਾ ਪ੍ਰਧਾਨ ਹੈ JP ਨੱਡਾ ਜੀ, ਉਹਨਾਂ ਨਾਲ ਮੀਟਿੰਗ ਕੀਤੀ, ਜਿਹਦੇ ਵਿੱਚ ਉਹਨਾਂ ਨੇ ਕਰਤਾਰਪੁਰ ਲਾਂਘੇ ਦੀ ਮੰਗ ਉਠਾਈ। ਅਤੇ ਹੁਣ ਕਿਹਾ ਇਹ ਜਾ ਰਿਹਾ ਤਾਂ ਕਿ ਜਿਹੜਾ ਸਾਰਾ ਕ੍ਰੈਡਿਟ ਹੈ ਉਹ ਭਾਜਪਾ ਆਪਣੀ ਝੋਲੀ ਪਾ ਸਕੇ ਜਾਂ ਆਪਣੇ ਪੰਜਾਬ ਯੂਨਿਟ ਦੀ ਝੋਲੀ 'ਚ ਪਾ ਸਕੇ। ਜੀ। ਤਾਂ ਇਹ ਕ੍ਰੈਡਿਟ ਬਾਰ ਨਾਲੋਂ ਨਾਲ ਹੈ ਜਿਹੜੀ ਸ਼ੁਰੂ ਤੋਂ ਚੱਲ ਰਹੀ ਹੈ। ਤਾਂ ਹੁਣ ਜਦੋਂ ਲਾਂਘਾ ਖੁੱਲ੍ਹ ਗਿਆ ਹੈ ਤਾਂ ਹੁਣ ਇਹਦੇ ਪਿੱਛੇ ਕੱਲ੍ਹ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਉਹਨਾਂ ਦੀ ਕੈਬਨਿਟ ਦੇ ਕੁਝ ਸਾਥੀ ਹੈ ਜਿਹੜੇ ਉਹ ਜਾ ਰਹੇ ਨੇ। ਇਸੇ ਤਰ੍ਹਾਂ ਹੀ ਭਾਜਪਾ ਦੇ ਤਕਰੀਬਨ 15 ਜਿਹੜੇ ਸੀਨੀਅਰ ਆਗੂ ਹੈ ਪੰਜਾਬ ਦੇ, ਉਹ ਵੀ ਕਰਤਾਰਪੁਰ ਲਾਂਘੇ ਦੇ ਵਿੱਚ ਜਾ ਰਹੇ ਨੇ ਦਰਸ਼ਨਾਂ ਲਈ ਗੁਰਦੁਆਰਾ ਸਾਹਿਬ ਦੇ। ਅਤੇ ਇਸੇ ਤਰ੍ਹਾਂ ਹੀ ਬਾਕੀ ਧਿਰਾਂ ਵੀ ਆਪਣੀ ਤਿਆਰੀ ਵਿੱਢ ਰਹੀਆਂ। ਹੋ ਸਕਦਾ ਨਵਜੋਤ ਸਿੱਧੂ ਨੇ ਵੀ ਆਪਣੀ ਇੱਛਾ ਜ਼ਾਹਰ ਕੀਤੀ ਹੈ ਕਿ ਉਹ ਵੀ ਜਾਣਗੇ। ਜੀ। ਹਾਲਾਂਕਿ ਕਾਰਨ ਸਿਆਸੀ ਤਰ੍ਹਾਂ ਕੁਝ ਵੀ ਕਰਨ, ਪਰ ਜਿਹੜੇ ਬਾਹਰੀ ਤੌਰ 'ਤੇ ਸਾਨੂੰ ਨਜ਼ਰ ਪੈਂਦੇ, ਇੱਕ ਤਾਂ ਇਹ ਹੈਗਾ ਕਿ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਹੈ ਕਿ ਉਹਨਾਂ ਨੇ ਮਾਹੌਲ ਹੈ ਜਿਹੜਾ ਪੰਜਾਬੀਆਂ ਨਾਲ ਥੋੜ੍ਹੀ ਟਿਊਨਿੰਗ ਮਿਲਾਉਣ ਲਈ, ਜਾਂ ਆਪਾਂ ਕਹਿ ਲਈਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜੀ ਇੱਕ ਕੁੜੱਤਣ ਬਣੀ ਹੋਈ ਹੈ ਉਹਨੂੰ ਘਟਾਉਣ ਲਈ, ਜਾਂ ਖੇਤੀ ਕਾਨੂੰਨਾਂ ਨੂੰ ਹੱਲ ਕਰਨ ਲਈ ਇੱਕ ਮਾਹੌਲ ਬਣਾਉਣ ਦੇ ਲਈ ਇਹ ਸਟੈਪ ਹੈ ਜਿਹੜਾ ਚੁੱਕਿਆ ਹੈ। ਜੀ। ਚੋਣਾਂ ਹੈਗੀਆਂ 5 ਸੂਬਿਆਂ ਦੀ, ਖਾਸ ਕਰਕੇ ਯੂਪੀ ਵਾਲੀ ਇਲੈਕਸ਼ਨ ਹੈ ਜਿਹੜੀ ਉਹ ਭਾਜਪਾ ਨੂੰ ਖਾਸ ਤੌਰ 'ਤੇ ਮੈਟਰ ਕਰਦੀ ਹੈ। ਬਿਲਕੁਲ। ਇਸ ਤਰ੍ਹਾਂ ਹੀ ਕਿਸਾਨਾਂ ਦੇ ਅੰਦੋਲਨ ਦਾ ਇੱਕ ਬਹੁਤ ਵੱਡਾ ਪੱਖ ਹੈਗਾ। ਅਤੇ ਇਸ ਤਰ੍ਹਾਂ ਹੁਣ ਜਿਵੇਂ ਸੁਪਰੀਮ ਕੋਰਟ ਦਾ ਨਜ਼ਰੀਆ ਹੈ, ਰੁਖ ਹੈ, ਕਿਸਾਨਾਂ ਪ੍ਰਤੀ ਬੜਾ ਪੋਜ਼ੀਟਿਵ ਐਟੀਟਿਊਡ ਹੈ। ਜਿਸ ਤਰ੍ਹਾਂ ਅੱਜ ਹੀ ਸੁਪਰੀਮ ਕੋਰਟ ਦਾ ਫੈਸਲਾ ਹੈ ਕਿ ਜਿਹੜੀ ਲਖੀਮਪੁਰ ਦੀ ਘਟਨਾ ਹੈ ਉਹ ਟੋਟਲ ਜਿਹੜਾ ਕੇਸ ਇਨਵੈਸਟੀਗੇਟ ਹੋ ਰਿਹਾ ਉਹਨੂੰ ਮੋਨੀਟਰਿੰਗ ਹੈ ਜਿਹੜੀ ਉਹ ਕਰਨਗੇ ਸਾਡੇ ਰਕੇਸ਼ ਕੁਮਾਰ ਜੈਨ ਹੈ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਨੇ। ਜੀ। ਤਾਂ ਇਸ ਤਰ੍ਹਾਂ ਦਾ ਰੁਖ ਜਾਂ ਪਰਾਲੀ ਵਾਲੇ ਇਸ਼ੂ ਅਤੇ ਕਿਸਾਨਾਂ ਪ੍ਰਤੀ, ਕਿਉਂਕਿ ਕਿਸਾਨਾਂ ਦੇ ਜਿਹੜੇ ਚੀਫ ਜਸਟਿਸ ਹੈ ਉਹ ਅਸਲੀ ਤਰਾਸਦੀ ਤਾਂ ਜਾਣਦੇ ਹੀ ਨੇ, ਤਾਂ ਇਹ ਸਾਰੀਆਂ ਚੀਜ਼ਾਂ ਦਾ ਇੱਕ ਪ੍ਰੈਸ਼ਰ ਹੈ ਜਿਹੜਾ ਉਹ ਬਿਲਡ ਹੋਇਆ, ਜਿਸ ਦੀ ਨਜ਼ਰ ਪਹਿਲੇ ਪੜਾਅ ਵਜੋਂ ਆਪਾਂ ਕਹਿ ਸਕਦੇ ਹਾਂ ਕਿ ਕਰਤਾਰਪੁਰ ਲਾਂਘਾ ਖੋਲ੍ਹਿਆ ਗਿਆ। ਹੁਣ ਸੈਕੰਡ ਪੜਾਅ ਦੇਖਣਾ ਹੈ ਕਿ ਉਹ ਕਦੋਂ ਪੂਰਤੀ ਕਰਦੇ ਨੇ। ਜੀ। ਚਰਨਜੀਤ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਜਿਹੜਾ ਸੰਘਰਸ਼ ਚੱਲ ਰਿਹਾ ਉਸ ਨੂੰ 1 ਸਾਲ ਦਾ ਸਮਾਂ ਪੂਰਾ ਹੋਣ ਵਾਲਾ ਹੈ। ਜੇਕਰ ਗੱਲ ਕਰੀਏ ਤਾਂ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਜਿਹੜੀ ਗੱਲਬਾਤ ਹੋਈ ਹੈ ਉਹ ਲਗਭਗ ਪਿਛਲੇ 10 ਮਹੀਨਿਆਂ ਤੋਂ ਜਿਹੜੀ ਇਹ ਗੱਲਬਾਤ ਟੁੱਟੀ ਹੋਈ ਹੈ, ਪਰ ਸੂਤਰਾਂ ਤੋਂ ਇਹ ਗੱਲ ਪਤਾ ਲੱਗ ਰਹੀ ਹੈ ਵੀ ਕਿ ਮੁੜ ਜਿਹੜੀ ਇਹ ਗੈਰ ਰਸਮੀ ਗੱਲਬਾਤ ਸ਼ੁਰੂ ਹੋ ਚੁੱਕੀ ਹੈ। ਕੇਂਦਰ ਸਰਕਾਰ ਵਾਰ-ਵਾਰ ਕਿਸਾਨ ਆਗੂਆਂ ਨਾਲ ਸੰਪਰਕ ਕਰ ਰਹੀ ਹੈ ਅਤੇ ਇਸ ਦੇ ਨਿਬੇੜੇ ਦੀ ਗੱਲ ਕਰ ਰਹੀ ਹੈ। ਇਸ ਵਿੱਚ ਕਿੰਨੀ ਕੁ ਸੱਚਾਈ ਹੈ? ਦੇਖੋ ਆਤਿਸ਼, ਜਿਹੜੇ ਆਉਣ ਵਾਲੇ 2 ਹਫ਼ਤੇ ਹੈ ਇਹ ਸੰਯੁਕਤ ਕਿਸਾਨ ਮੋਰਚੇ ਲਈ ਵੀ ਬੜੇ ਕ੍ਰੂਸ਼ਲ ਨੇ ਔਰ ਭਾਰਤ ਸਰਕਾਰ ਲਈ, ਦੋਵਾਂ ਲਈ। ਲਾਸਟ ਜਿਹੜੀ ਗੱਲਬਾਤ ਭਾਰਤ ਸਰਕਾਰ ਅਤੇ ਕਿਸਾਨ ਧਿਰਾਂ ਦੇ ਵਿੱਚ ਹੋਈ ਸੀਗੀ ਉਹ ਜਨਵਰੀ ਦੇ ਵਿੱਚ ਹੋਈ ਸੀ। ਤਕਰੀਬਨ 10 ਮਹੀਨੇ ਦੇ ਅਰਸਾ ਬੀਤ ਚੁੱਕਿਆ ਔਰ ਡੈਡਲੌਕ ਬਣਿਆ ਹੋਇਆ। ਬਿਲਕੁਲ। ਹੁਣ ਅਗਲੇ 2 ਹਫ਼ਤਿਆਂ ਦੇ ਵਿੱਚ ਕੀ ਹੋਣ ਵਾਲਾ ਹੈ? ਇੱਕ ਤਾਂ 26 ਤਰੀਕ ਨੂੰ ਜਿਹੜੀ ਨਵੰਬਰ ਨੂੰ ਇਹਦੀ ਜਿਹੜੀ ਪਹਿਲੀ ਵਰ੍ਹੇਗੰਢ ਹੈ ਜਿਹੜੀ ਉਹ ਕਿਸਾਨ ਮੋਰਚਾ ਮਨਾ ਰਿਹਾ ਹੈਗਾ। ਇੱਕ ਜਿਹੜਾ ਪਿਛਲੇ ਦਿਨਾਂ 'ਚ ਇਹ ਪ੍ਰਚਾਰ ਸ਼ੁਰੂ ਕੀਤਾ ਗਿਆ ਸੀ ਕਿ ਟਿੱਕਰੀ ਅਤੇ ਸਿੰਘੂ ਅਤੇ ਗਾਜ਼ੀਪੁਰ 'ਤੇ ਜਿਹੜੇ ਲੋਕਾਂ ਦੀ ਗਿਣਤੀ ਬਹੁਤ ਘੱਟ ਰਹਿ ਗਈ, ਇਹ ਭੁਲੇਖਾ ਦੂਰ ਕਰਨ ਲਈ ਸਾਰੀਆਂ ਇਹਨਾਂ ਸਟੇਟਾਂ ਦੇ ਵਿੱਚ ਵੱਡੀ ਪੱਧਰ 'ਤੇ ਤਿਆਰੀ ਚੱਲ ਰਹੀ ਹੈ। ਔਰ ਪਿਛਲੇ ਦਿਨਾਂ ਤੋਂ ਕਿਸਾਨ ਧਿਰਾਂ ਪੰਜਾਬ ਵਾਲੀਆਂ ਵੀ ਪਿੰਡਾਂ 'ਚ ਜੁਟੀਆਂ ਹੋਈਆਂ ਨੇ ਔਰ ਵੱਡੀ ਪੱਧਰ 'ਤੇ ਇੱਕ ਤਾਕਤ ਦਾ ਜਿਹੜਾ ਵਿਖਾਵਾ ਹੈ ਉਹ ਕਿਸਾਨਾਂ ਨੇ ਕਰਨਾ ਹੈ। ਤਾਂ ਇਹਦੇ ਨਾਲ ਹੋ ਸਕਦਾ ਕਿ ਭਾਰਤ ਸਰਕਾਰ ਅਸੈਸ ਕਰੇਗੀ ਕਿਸਾਨਾਂ ਦੀ ਤਾਕਤ ਨੂੰ ਮੁੜ, ਕਿ ਨਹੀਂ ਤਾਂ ਇਹ ਕਹਿ ਰਿਹਾ ਕਿ ਹੁਣ ਬੰਦੇ ਜਿਹੜੀ ਨਫਰੀ ਹੈ ਬਹੁਤ ਹੈ ਜਿਹੜੀ ਲੋਕਾਂ ਦੀ ਘਟ ਗਈ ਹੈ ਉੱਥੇ। ਉਸ ਤੋਂ ਇਲਾਵਾ 29 ਤਰੀਕ ਨੂੰ ਜਿਹੜਾ ਸੰਸਦ ਦਾ ਪਾਰਲੀਮੈਂਟ ਦਾ ਸੈਸ਼ਨ ਆ ਰਿਹਾ ਹੈਗਾ ਅਤੇ ਉਹਦੇ ਵਿੱਚ ਰੋਸ ਮਾਰਚ ਕੀਤਾ ਜਾਣਾ ਹੈਗਾ। ਕਿਸਾਨਾਂ ਨੇ ਉਹਦੇ ਲਈ ਵੀ ਆਪਣੀ ਤਿਆਰੀ ਹੈ ਜਿਹੜੀ ਸ਼ੁਰੂ ਕਰ ਦਿੱਤੀ ਹੈਗੀ ਹੈ। ਉਹਦੇ ਐਂਗਲ ਤੋਂ ਵੀ ਲੱਗਦਾ ਹੈਗਾ ਸਰਕਾਰ ਨੂੰ ਕਿ ਅਗਰ ਇਹ ਰੋਸ ਮਾਰਚ ਪਾਰਲੀਮੈਂਟ ਤੱਕ ਚਲਾ ਜਾਂਦਾ ਕਿਸੇ ਰੂਪ ਦੇ ਵਿੱਚ, ਤਾਂ ਇੱਕ ਬਹੁਤ ਵੱਡੀ ਪੱਧਰ 'ਤੇ, ਜਿਸ ਤਰ੍ਹਾਂ ਇੰਟਰਨੈਸ਼ਨਲ ਲੈਵਲ 'ਤੇ ਪਹਿਲਾਂ ਕਿਸਾਨਾਂ ਨੂੰ ਪ੍ਰਚਾਰ ਮਿਲਿਆ ਸੀ, ਕਿਸਾਨੀ ਦੀ ਗੱਲ ਤੁਰੀ ਸੀ ਔਰ ਜਿਹੜੀ ਸਰਕਾਰ ਦੀ ਭੱਲ ਨੂੰ ਸੱਟ ਲੱਗੀ ਸੀ, ਵੀ ਉਹ ਮੁੜ ਜਿਹੜਾ ਦੁਹਰਾਓ ਹੋ ਸਕਦਾ ਹੈਗਾ। ਅਤੇ ਦੂਸਰੀ ਤਰਫ ਪਿਛਲੇ ਦਿਨਾਂ 'ਚ ਜਦੋਂ ਇਹ ਕਰਤਾਰਪੁਰ ਲਾਂਘੇ ਨੂੰ ਲੈ ਕੇ
ਪੰਜਾਬ ਭਾਜਪਾ ਦਾ ਯੂਨਿਟ ਦਾ ਜਿਹੜਾ ਉੱਥੇ ਗਿਆ ਸੀ, ਵਫਦ ਗਿਆ ਸੀ, ਪ੍ਰਧਾਨ ਮੰਤਰੀ ਨੂੰ ਮਿਲਿਆ ਤੇ ਗ੍ਰਹਿ ਮੰਤਰੀ ਨੂੰ ਮਿਲਿਆ, ਤਾਂ ਉਹਦੇ ਵਿੱਚੋਂ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਨੇ ਇੱਕ ਗੱਲ ਬੜੀ ਸਾਫ਼ ਕਹੀ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ। ਜਦੋਂ ਇਹਨਾਂ ਨੇ ਮੁੱਦਾ ਉਠਾਇਆ ਕਿ ਅਸੀਂ ਤਾਂ ਪੰਜਾਬ ਦੇ ਵਿੱਚ, ਤੁਸੀਂ ਚੋਣਾਂ ਦੀ ਗੱਲ ਕਰਦੇ ਹੋ, ਅਸੀਂ ਤਾਂ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ, ਆਪਣੀ ਫਿਕਰਮੰਦੀ ਜ਼ਾਹਰ ਕੀਤੀ ਤੇ ਇਹਨਾਂ ਨੇ ਪ੍ਰੈਸ਼ਰਾਈਜ਼ ਵੀ ਕੀਤਾ ਕਿ ਇਸ ਮਸਲੇ ਦਾ ਜਲਦੀ ਹੱਲ ਕੀਤਾ ਜਾਵੇ ਖੇਤੀ ਕਾਨੂੰਨਾਂ ਦਾ। ਤਾਂ ਦੋਹਾਂ ਆਗੂਆਂ ਨੇ, ਮੇਨ ਆਗੂਆਂ ਨੇ ਇਹ ਫੈਸਲਾ ਇਹਨਾਂ ਨੂੰ ਬੜੀ ਤਸੱਲੀ ਦਿੱਤੀ ਹੈ ਕਿ ਜਲਦ ਤੁਸੀਂ ਕੋਈ ਨਾ ਕੋਈ ਖੁਸ਼ਖਬਰੀ ਸੁਣੋਗੇ। ਜੀ, ਤੁਹਾਡੇ ਚੇਤੇ ਹੋਵੇਗਾ ਇਹ ਗੱਲ ਕਿ ਸ਼ੁਰੂ ਦੇ ਵਿੱਚ ਜਿਹੜੀ ਸਾਡੇ ਐਗਰੀਕਲਚਰ ਮਿਨਿਸਟਰ ਨੇ ਨਰਿੰਦਰ ਤੋਮਰ, ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ। ਉਸ ਤੋਂ ਬਾਅਦ ਗ੍ਰਹਿ ਮੰਤਰੀ ਨੇ ਵੀ ਗੈਰ ਰਸਮੀ ਗੱਲਬਾਤ ਕੀਤੀ ਸੀ। ਤੇ ਹੁਣ ਜਿਹੜੇ ਸਾਡੇ ਸਰੋਤਾਂ ਰਾਹੀਂ ਗੱਲ ਨਿਕਲ ਕੇ ਬਾਹਰ ਆ ਰਹੀ ਹੈ ਉਹ ਇਹ ਹੈ ਕਿ ਪ੍ਰਾਈਮ ਮਿਨਿਸਟਰ ਦਫ਼ਤਰ ਨੇ ਹੁਣ ਇਹ ਸਾਰਾ ਮਾਮਲਾ ਆਪਣੇ ਹੱਥਾਂ ਦੇ ਵਿੱਚ ਲੈ ਲਿਆ। ਜੀ, ਲਖੀਮਪੁਰ ਖੀਰੀ ਦੀ ਘਟਨਾ ਤੋਂ ਪਹਿਲਾਂ ਥੋੜ੍ਹੀ ਬਹੁਤੀ ਜਿਹੜੀ ਗੱਲ ਚੱਲਦੀ ਸੀ, ਉਸ ਤੋਂ ਬਾਅਦ ਉਹ ਵੀ ਟੁੱਟ ਗਈ ਸੀ। ਜੀ, ਤੇ ਹੁਣ ਕਿਸਾਨਾਂ ਨੇ ਹਮੇਸ਼ਾ ਹੀ ਕਿਹਾ ਕਿ ਉਹ ਗੱਲਬਾਤ ਤੋਂ ਕਦੇ ਨਹੀਂ ਭੱਜੇ। ਬਿਲਕੁਲ। ਤਾਂ ਹੁਣ ਇਹ ਪਤਾ ਲੱਗਿਆ ਸਾਨੂੰ ਕਿ ਪ੍ਰਧਾਨ ਮੰਤਰੀ ਦਫ਼ਤਰ ਦੇ ਕੁਝ ਸੀਨੀਅਰ ਅਧਿਕਾਰੀਆਂ ਨੇ ਇੱਕ ਗੈਰ ਰਸਮੀ ਗੱਲਬਾਤ ਕੁਝ ਦਿਨਾਂ, ਪਿਛਲੇ ਦਿਨਾਂ ਤੋਂ ਤੋਰੀ ਹੈ ਕੁਝ ਆਗੂਆਂ ਨਾਲ। ਜੀ, ਚਾਹੇ ਕਿ ਸਾਰਾ ਕੁਝ ਜੱਗ ਜ਼ਾਹਰ ਹੋਏਗਾ, ਪਰ ਇੱਕ ਰਸਮੀ ਗੱਲਬਾਤ ਦਾ ਜਿਹੜਾ ਮੁੱਢ ਬੰਨ੍ਹਣ ਲਈ, ਉਹਦੇ ਲਈ ਜ਼ਮੀਨ ਤਿਆਰ ਕਰਨ ਦੇ ਲਈ ਕੁਝ ਅਧਿਕਾਰੀ ਹੈ ਇਸ ਕੰਮ ਦੇ ਵਿੱਚ ਪਏ ਹੋਏ ਨੇ। ਔਰ ਉਹਨਾਂ ਨੇ ਆਪਣੀ ਇੱਕ ਪ੍ਰਪੋਜ਼ਲ ਵੀ ਹੈ ਜਿਹੜੀ ਗੈਰ ਰਸਮੀ ਤੌਰ 'ਤੇ ਦਿੱਤੀ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 2 ਕਾਨੂੰਨ ਹੈ ਅਸੀਂ ਕਿਸੇ ਨਾ ਕਿਸੇ ਰੂਪ 'ਚ ਰੱਦ ਕਰਾਂਗੇ। ਜਿਹੜਾ ਤੀਸਰਾ ਐਸੈਂਸ਼ੀਅਲ ਕਮੋਡਿਟੀ ਵਾਲਾ ਕਾਨੂੰਨ ਹੈ ਉਹਨੂੰ ਉਹ ਰੱਖਣਾ ਚਾਹੁੰਦੇ ਨੇ। ਉਹ 'ਤੇ ਕਮੇਟੀ ਲਈ ਕਹਿ ਰਹੇ ਨੇ ਕਿ ਅਸੀਂ ਕਮੇਟੀ ਬਣਾ ਸਕਦੇ ਹਾਂ। ਇਸ ਤਰ੍ਹਾਂ MSP ਦੇ ਮਾਮਲੇ 'ਤੇ ਉਹ ਕਹਿ ਰਹੇ ਨੇ ਕਿ ਅਸੀਂ ਕਮੇਟੀ ਬਣਾ ਸਕਦੇ ਹਾਂ ਜਿਹਦੇ ਵਿੱਚ 50% ਜਿਹੜੇ ਪ੍ਰਤੀਨਿਧ ਉਹ ਕਿਸਾਨਾਂ ਦੇ ਹੋਣਗੇ ਔਰ ਚੇਅਰਮੈਨ ਸਮੇਤ ਜਿਹੜੇ ਬਾਕੀ 50% ਉਹ ਸਰਕਾਰੀ ਨੁਮਾਇੰਦੇ ਹੋਣਗੇ ਉਹਦੇ ਵਿੱਚ, ਜਾਂ ਪੋਲੀਟੀਕਲ ਲੋਕ ਹੋਣਗੇ। ਤਾਂ ਇਸ ਕਿਸਮ ਦੀ ਆਫਰ ਹੈ ਜਿਹੜੀ ਉਹ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਗੈਰ ਰਸਮੀ ਤੌਰ 'ਤੇ ਕੁਝ ਲੀਡਰਾਂ ਕੋਲ ਆ ਚੁੱਕੀ ਹੈ। ਜਿਹੜੀ ਇਹਨਾਂ ਦੀ 9 ਮੈਂਬਰੀ ਕਮੇਟੀ ਜਾਂ 21 ਮੈਂਬਰੀ ਪਿੱਛੇ ਜੇ ਬਣਾਈ ਸੀਗੀ ਉਹਦੇ ਕੁਛ ਆਗੂਆਂ ਕੋਲੇ, ਪਰ ਇਹ ਫਾਈਨਲ ਨਹੀਂ ਹੈਗਾ। ਇਹ ਸਿਰਫ ਇੱਕ ਧਰਾਤਲ ਹੈ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ। ਪਰ ਇਸ ਅਸੀਂ ਇੱਕ ਚੰਗਾ ਸੰਕੇਤ ਵੀ ਮੰਨ ਸਕਦੇ ਹਾਂ ਕਿ ਇੱਕ ਡੈਡਲੌਕ 10 ਮਹੀਨੇ ਤੋਂ ਤੁਹਾਡੀ ਗੱਲ ਹੀ ਨਾ ਹੋਵੇ, ਘੱਟੋ ਘੱਟ ਸੰਵਾਦ ਹੋਣਾ ਤਾਂ ਜ਼ਰੂਰੀ ਹੈ। ਉਹ 'ਚ ਰਿਜ਼ਲਟ ਕੀ ਨਿਕਲਦਾ ਹੈ ਇਹ ਇੱਕ ਵੱਖਰਾ ਇਸ਼ੂ ਹੈ। ਪਰ ਹੁਣ ਇਹ ਗੱਲ ਗੈਰ ਰਸਮੀ ਤੌਰ 'ਤੇ ਤੁਰੀ ਹੈ ਤੇ ਇਹਦੇ ਨਾਲ ਹੀ ਸਾਡੇ ਜਿਹੜੇ ਡਿਫੈਂਸ ਮਿਨਿਸਟਰ ਨੇ ਰਾਜਨਾਥ ਜੀ, ਉਹਨਾਂ ਦੀ ਭੂਮਿਕਾ ਵੀ ਹੁਣ ਕਹਿੰਦੇ ਦੁਆਰੇ ਇਹਨਾਂ ਨੇ ਉਸ ਨੂੰ ਲਾਈਮਲਾਈਟ ਦੇ ਵਿੱਚ ਲਿਆਂਦਾ ਹੈ। ਉਹ ਵੀ ਜਿਹੜੇ UP ਦੇ ਕਿਸਾਨ ਆਗੂ ਹੈ ਉਹਨਾਂ ਨਾਲ ਗੱਲਬਾਤ ਹੈ ਜਿਹੜਾ ਕਰਨ ਦੇ ਰਾਹ ਤੁਰੇ ਨੇ। ਤਾਂ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਵਫਦ ਨੂੰ ਭਰੋਸਾ ਦਿੱਤਾ ਹੈ ਕਿ ਅਸੀਂ ਜਲਦ ਕੋਈ ਇਹਦਾ ਨਿਪਟਾਰਾ ਕਰਾਂਗੇ, ਤੇ ਦੂਸਰਾ ਜਿਹੜੀਆਂ ਪ੍ਰਧਾਨ ਮੰਤਰੀ ਦਫ਼ਤਰ ਨੇ ਖੁਦ ਹੈ ਜਿਹੜੀ ਗੈਰ ਰਸਮੀ ਗੱਲਬਾਤ ਸ਼ੁਰੂ ਕੀਤੀ ਹੈ, ਇਹ ਤੋਂ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਕੋਈ ਚੰਗਾ ਨਤੀਜਾ ਸਾਡੇ ਸਾਹਮਣੇ ਆ ਸਕਦਾ ਹੈ। ਕਿਉਂਕਿ ਹੁਣ ਸਰਕਾਰ ਅੱਗੇ ਚੋਣਾਂ ਦੀ ਜਿਹੜੀ ਰਿਪੋਰਟ ਹੈ UP ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਹੈ ਉਹਦੇ ਜਿਹੜੇ ਸਰਵੇ ਹੋਏ ਨੇ ਜਾਂ ਹੋਰ ਰਿਪੋਰਟਾਂ ਆ ਰਹੀਆਂ ਨੇ ਉਹ ਭਾਜਪਾ ਲਈ ਬਹੁਤੀਆਂ ਸੁਖਾਵੀਆਂ ਨਹੀਂ ਜਾਪਦੀਆਂ। 1/4 ਜਿਹੜਾ ਹਿੱਸਾ ਹੈ ਅਸੈਂਬਲੀ ਦਾ, ਉੱਥੇ ਜਿਹੜੇ ਕਿਸਾਨ ਹੈ ਉਹਨੇ ਏਰੀਏ 'ਚ ਪ੍ਰਭਾਵ ਰੱਖਦੇ 100 ਦੇ ਕਰੀਬ, ਤਾਂ ਉਹਨਾਂ ਨੂੰ ਇੱਕ ਜਿਹੜੀ ਵੱਡੀ ਆਸ ਸੀ ਪਿਛਲੀ ਤਰ੍ਹਾਂ ਜਾਂ ਬੰਗਾਲ ਦੇ ਵਿੱਚ ਤਜਰਬਾ ਜਿਸ ਤਰ੍ਹਾਂ ਕੀਤਾ, ਤਾਂ UP ਵਾਲੇ ਵੀ ਉਸ ਰਾਹ 'ਤੇ ਚੱਲਣ ਲਈ ਥੋੜ੍ਹਾ ਤਿਆਰ ਲੱਗਦੇ ਨੇ ਕਿ ਜਿਹੜੀ ਵਿਰੋਧੀ ਵੋਟ ਬੈਂਕ ਹੈ ਉਹਦੇ ਵਿੱਚ ਇੱਕ ਸੰਨ ਲਾਉਣ ਵਾਲੀ ਗੱਲ ਸੀ, ਪਾੜਨ ਵਾਲੀ ਗੱਲ ਸੀ ਭਾਜਪਾ ਦੀ, ਉਹਦੇ ਵਿੱਚ ਵੀ ਉਹ ਸਫਲ ਹੁੰਦੇ ਨਜ਼ਰ ਨਹੀਂ ਆ ਰਹੇ। ਕਿਉਂਕਿ ਵੈਸਟ ਬੰਗਾਲ ਦੇ ਵਿੱਚ ਵੀ ਇੱਦਾਂ ਹੋਇਆ ਕਿ ਸਾਰੀ ਵਿਰੋਧੀ ਵੋਟ ਜਿਹੜੀ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹਦੇ ਵਿੱਚੋਂ ਸਫਲ ਨਹੀਂ ਹੋਏ ਸੀ। ਇਹੀ ਤਜਰਬਾ ਜਿਹੜਾ ਬੰਗਾਲ ਵਾਲਾ ਉਹ UP ਦੇ ਵਿੱਚ ਦੁਹਰਾਇਆ ਜਾ ਸਕਦਾ ਹੈ। ਸੋ ਇਸ ਕਿਸਮ ਦੇ ਜਿਹੜੇ ਪ੍ਰੈਸ਼ਰ ਹੈ ਉਹ ਬਣੇ ਹੋਏ ਆ, ਘੋਲਾਂ ਦੇ ਆਪਣੇ ਪ੍ਰੈਸ਼ਰ ਹੈਗੇ ਨੇ। ਤਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਗੈਰ ਰਸਮੀ ਗੱਲਬਾਤ ਹੈ ਜਿਹੜੀ ਸ਼ੁਰੂਆਤ ਹੋਈ ਹੈ, ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਇਹ ਰਸਮੀ ਗੱਲਬਾਤ ਦੇ ਵਿੱਚ ਬਦਲੇਗੀ। ਜੀ ਚਰਨਜੀਤ ਜੀ, ਇੱਕ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਵਿਚਕਾਰ ਵੀ ਜਿਹੜੀ ਦੂਰੀਆਂ ਪਿਛਲੇ ਕੁਝ ਦਿਨਾਂ ਤੋਂ ਵੱਧਦੀਆਂ ਨਜ਼ਰ ਆ ਰਹੀਆਂ ਨੇ, ਤੇ ਪਿਛਲੇ ਸਮੇਂ 'ਚ ਇਹ ਵੀ ਚਰਚਾ ਚੱਲਦੀ ਰਹੀ ਹੈ ਵੀ ਕਿ ਕੈਪਟਨ ਅਮਰਿੰਦਰ ਸਿੰਘ ਕਿਤੇ ਨਾ ਕਿਤੇ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ ਇੱਕ ਵਿਚੋਲਗੀ ਕਰ ਸਕਦੇ ਨੇ, ਇਹਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜਾ ਸੰਘਰਸ਼ ਹੈ ਇਹਦਾ ਨਿਬੇੜਾ ਕਰਵਾ ਸਕਦੇ ਨੇ। ਅਸੀਂ ਜਾਣਨਾ ਚਾਹਾਂਗੇ ਉਸ ਜਿਹੜੀ ਚਰਚਾ ਚੱਲੀ ਸੀਗੀ ਉਹਦੇ ਮੌਜੂਦਾ ਹਾਲਾਤ ਕੀ ਨੇ, ਉਹ ਕਿੱਥੇ ਖੜੀ ਹੈ? ਦੇਖੋ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇੱਕ ਵਾਰੀ ਬਰਨਾਲਾ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਸੀ ਤਾਂ ਇੱਕ ਮੀਡੀਆ ਕਰਮੀ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਜੀ ਇੱਥੇ ਨਵਾਂ ਕੈਂਡੀਡੇਟ ਉਤਾਰ ਦਿੱਤਾ ਹੈਗਾ ਐਤਕੀ ਅਤੇ ਤੁਸੀਂ ਟਕਸਾਲੀ ਆਗੂਆਂ ਨੂੰ ਇਗਨੋਰ ਕਰ ਦਿੱਤਾ। ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿਹਾ ਸੀਗਾ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਉਹੀ ਟਕਸਾਲੀ ਆਗੂ ਹੈ ਜਿਹਦੇ ਪੱਲੇ 4 ਬੰਦੇ ਨੇ, ਮਤਲਬ ਜਿਹਦੇ ਨਾਲ 4 ਬੰਦੇ ਖੜੇ ਨੇ, ਇਕੱਠ ਹੈ, ਤਾਂ ਉਹੀ ਟਕਸਾਲੀ ਹੈ। ਉਹਨਾਂ ਨੇ ਟਕਸਾਲੀ ਦੀ ਜਿਹੜੀ ਪਰਿਭਾਸ਼ਾ ਉਹ ਬਦਲ ਦਿੱਤੀ ਹੈ। ਸੋ ਇਸੇ
ਬਾਦਲ ਸਾਹਿਬ ਵਾਲੀ ਗੱਲ ਨੂੰ ਦੇਖੀਏ ਤਾਂ ਮੈਨੂੰ ਇਹ ਲੱਗਦਾ ਕਿ ਅਮਰਿੰਦਰ ਸਿੰਘ ਤਾਂ ਪਹਿਲਾਂ ਜਦੋਂ ਕਾਂਗਰਸ ਪਾਰਟੀ ਸੀ ਉਦੋਂ ਵੀ ਟਕਸਾਲੀ ਨਹੀਂ ਸੀ, ਅਤੇ ਹੁਣ ਤਾਂ ਸੱਚਮੁੱਚ ਹੈ ਜਿਹੜੀ ਬਾਦਲ ਦੀ ਤਰਜ਼ ਵਾਲੀ ਹੈ ਜਿਹੜੀ ਟਕਸਾਲੀ, ਉਹ ਵੀ ਨਹੀਂ ਰਹੇ, ਕਿਉਂਕਿ ਉਹਨਾਂ ਨੇ ਪੰਜਾਬ ਦੇ ਵਿੱਚ 4.5 ਸਾਲਾਂ 'ਚ ਕੁਛ ਕੀਤਾ ਨਹੀਂ। ਇਸ ਕਰਕੇ ਉਹ ਆਪਣੀ ਜਿਹੜੀ ਭੱਲ ਹੈ, ਛਵੀ ਹੈ, ਉਹ ਗਵਾ ਚੁੱਕੇ ਨੇ। ਲੋਕਾਂ ਦਾ ਭਰੋਸਾ ਉਹਨਾਂ 'ਤੇ ਬਣਨਾ ਜਿਹੜਾ ਮੁਸ਼ਕਲ ਹੈ। ਤਾਂ ਦੱਸਦੇ ਤਾਂ ਇਹ ਵੀ ਹੈ ਕਿ 2 ਨਵੰਬਰ ਤੋਂ ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰੀ ਔਰ ਪ੍ਰਧਾਨ ਮੰਤਰੀ ਤੋਂ ਸਮਾਂ ਮੰਗ ਰਹੇ ਨੇ, ਔਰ ਉਹ ਦੇ ਨਹੀਂ ਰਹੇ, ਕਿਉਂਕਿ ਹਾਲਾਤ ਹੁਣ ਬਦਲ ਗਏ ਨੇ। ਉਹਨਾਂ ਨੂੰ ਪੋਲੀਟੀਕਲੀ ਪਹਿਲਾਂ ਇਹ ਗੱਲ ਫਿੱਟ ਬੈਠਦੀ ਸੀ ਕਿ ਉਹਨਾਂ ਨੇ ਕਾਂਗਰਸ 'ਚੋਂ ਉਹਨਾਂ ਨੂੰ ਆਊਟ ਕਰਾਉਣਾ ਸੀ। ਉਹਨਾਂ ਟਾਈਮ ਉਹਨਾਂ ਨਾਲ ਮੀਟਿੰਗਾਂ ਵੀ ਕਰਦੇ ਰਹੇ, ਉਹਨਾਂ ਨੂੰ ਲਿਫਟ ਵੀ ਦਿੰਦੇ ਰਹੇ, ਉਹਨਾਂ ਦੀਆਂ ਗੱਲਾਂ ਵੀ ਮੰਨਦੇ ਰਹੇ। ਤਾਂ ਅਮਰਿੰਦਰ ਸਿੰਘ ਨੂੰ ਇਹ ਲੱਗਦਾ ਸੀ ਕਿ ਕੇਂਦਰ ਸਰਕਾਰ ਜਦੋਂ ਵੀ ਖੇਤੀ ਕਾਨੂੰਨਾਂ ਨੂੰ ਲੈ ਕੇ ਕੋਈ ਫੈਸਲਾ ਲਏਗੀ ਤਾਂ ਉਹਦੀ ਵਿਚੋਲਗੀ ਲਈ ਮੇਰੀ ਜਿਹੜੀ ਮੁੱਖ ਭੂਮਿਕਾ ਹੋਵੇਗੀ। ਤਾਂ ਉਹ ਲੱਗਦਾ ਸੀ ਕਿ ਕ੍ਰੈਡਿਟ ਹੈ ਜਿਹੜਾ ਉਹ ਅਮਰਿੰਦਰ ਸਿੰਘ ਨੂੰ ਦਿੱਤਾ ਜਾਏਗਾ ਭਾਜਪਾ ਵੱਲੋਂ। ਪਰ ਜਦੋਂ ਹੁਣ ਕਰਤਾਰਪੁਰ ਕੋਰੀਡੋਰ ਵਾਲੀ ਆਪਾਂ ਗੱਲ ਦੇਖੀਏ ਤਾਂ ਇਹਦੇ ਵਿੱਚ ਸਾਰਾ ਕ੍ਰੈਡਿਟ ਭਾਜਪਾ ਨੇ ਕਿਸ ਨੂੰ ਦਿੱਤਾ? ਉਹਨਾਂ ਨੇ ਆਪਣੇ ਭਾਜਪਾ ਦੀ ਜਿਹੜੀ ਸਟੇਟ ਯੂਨਿਟ ਹੈ ਉਸ ਨੂੰ ਕ੍ਰੈਡਿਟ ਦਿੱਤਾ, ਜਿਨ੍ਹਾਂ ਨੂੰ ਬਕਾਇਦਾ ਤੌਰ 'ਤੇ ਦਿੱਲੀ ਬੁਲਾਇਆ ਗਿਆ, ਉਹਨਾਂ ਤੋਂ ਮੰਗ ਪੱਤਰ ਲਿਆ ਗਿਆ। ਫਿਰ ਇਹ ਇੱਕ ਇੰਪ੍ਰੈਸ਼ਨ ਦਿੱਤਾ ਗਿਆ ਕਿ ਅਸੀਂ ਆਪਣੇ ਭਾਜਪਾ ਦੀ ਗੱਲ ਮੰਗਦੇ ਹੋਏ ਕਰਤਾਰਪੁਰ ਲਾਂਘਾ ਖੋਲ੍ਹੇ। ਸੋ ਇਹ ਇੱਕ ਇਸ਼ਾਰਾ ਹੈ ਜਿਸ ਤੋਂ ਸਮਝ ਲੈਣਾ ਚਾਹੀਦਾ ਅਮਰਿੰਦਰ ਸਿੰਘ ਨੂੰ ਕਿ ਜਦੋਂ ਕ੍ਰੈਡਿਟ ਦੀ ਗੱਲ ਆਏਗੀ, ਠੀਕ ਹੈ, ਉਹਨਾਂ ਨੂੰ ਇੱਕ ਤਰੀਕੇ ਨਾਲ ਵਰਤਿਆ ਗਿਆ, ਕਿਉਂਕਿ ਅਮਰਿੰਦਰ ਸਿੰਘ ਇੱਕ ਤਰ੍ਹਾਂ ਦਾ ਸ਼ੋਅ ਕਰਦੇ ਨੇ, ਉਹਨੂੰ ਕਹਿੰਦੇ ਨੇ, ਭਾਜਪਾ ਦੇ ਆਗੂ ਵੀ ਕਹਿੰਦੇ ਨੇ ਕਿ ਰਾਸ਼ਟਰਵਾਦੀ ਹੈਗਾ। ਪਰ ਨਾਲ ਨਾਲ ਵਿਰੋਧੀ ਆਗੂ ਇਹ ਉਂਗਲ ਵੀ ਉਠਾ ਰਹੇ ਨੇ ਕਿ ਉਹਨਾਂ ਦੀ ਜਿਹੜੀ ਮਹਿਲਾ ਮਿੱਤਰ ਸੀ ਉਸ ਨੂੰ ਲੈ ਕੇ ਕਿ ਉਹ ਰਾਸ਼ਟਰਵਾਦੀ ਜਿਹੜਾ ਇੱਕ ਝੌਲਾ ਪੈਂਦਾ ਹੈਗਾ ਅਮਰਿੰਦਰ ਸਿੰਘ ਦਾ, ਉਸ 'ਤੇ ਇੱਕ ਸ਼ੱਕ ਹੈ ਜਿਹੜਾ ਉਹ ਕਰਦੇ ਨੇ ਉਸ ਹਵਾਲੇ ਦੇ ਨਾਲ। ਸੋ ਅਮਰਿੰਦਰ ਸਿੰਘ ਦੀ ਮੈਨੂੰ ਨਹੀਂ ਲੱਗਦਾ ਕਿ ਹੁਣ ਉਸ ਕਿਸਮ ਦੀ ਭੂਮਿਕਾ ਰਹੇਗੀ, ਕਿਉਂਕਿ ਕਿਸਾਨ ਆਗੂਆਂ ਦੇ ਵਿੱਚ ਵੀ ਹੁਣ ਉਸ ਕਿਸਮ ਦੀ ਉਹਨਾਂ ਦੀ ਪੈਂਟ ਹੈ ਜਿਹੜੀ ਪਹਿਲਾਂ ਵਾਲੀ ਹੈ ਉਹ ਰਹੀ ਨਹੀਂ, ਉਹ ਗਵਾਚ ਚੁੱਕੀ ਹੈ। ਤਾਂ ਜਦੋਂ ਕ੍ਰੈਡਿਟ ਲੈਣ ਦੀ ਗੱਲ ਆਏਗੀ ਤਾਂ ਆਤਿਸ਼ ਤੁਸੀਂ ਦੇਖ ਲਿਓ ਤਾਂ ਭਾਜਪਾ ਸਾਰਾ ਕ੍ਰੈਡਿਟ ਹੈ ਉਹ ਆਪਣੀ ਝੋਲੀ ਪਾਏਗੀ ਜਾਂ ਕਿਸਾਨ ਧਿਰਾਂ ਦੀ ਝੋਲੀ ਪਏਗਾ। ਚਰਨਜੀਤ ਜੀ, ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਪਹਿਲੀ ਵਾਰ ਮੁਲਾਕਾਤ ਕੀਤੀ ਗਈ ਹੈ। ਅਸੀਂ ਜਾਣਨਾ ਚਾਹਾਂਗੇ ਉੱਥੇ ਕੀ ਗੱਲਬਾਤ ਹੋਈ ਹੈ, ਕਿਸ ਤਰ੍ਹਾਂ ਇਹ ਫੈਸਲੇ ਜਿਹੜੇ ਲਏ ਗਏ ਨੇ, ਉਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਚਾਨਣਾ ਪਾਓ। ਦੇਖੋ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਫੈਸਲੇ ਹੁੰਦੇ ਨੇ, ਜਿਹੜੇ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਦੇ ਫੈਸਲੇ ਹੁੰਦੇ ਨੇ, ਇਹਨਾਂ ਦੇ ਤਕਰੀਬਨ ਹੈ ਜਿਹੜਾ ਉਹ ਚੁਣਾਵੀ ਪਰਛਾਵਾਂ ਹੁੰਦਾ ਜਾਂ ਉਹਦੇ ਪ੍ਰਭਾਵ ਹੇਠ ਲਏ ਜਾਂਦੇ ਨੇ। ਤਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਆਪਣਾ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਅੱਜ ਪਹਿਲੀ ਜਿਹੜੀ ਮੀਟਿੰਗ ਹੈ ਉਹ ਕਿਸਾਨ ਧਿਰਾਂ ਨਾਲ ਕੀਤੀ ਹੈ ਪੰਜਾਬ ਭਵਨਾਂ 'ਚ। ਬੜੀ ਲੰਬੀ ਮੀਟਿੰਗ ਚੱਲੀ ਹੈ, ਚਾਹੇ ਇੱਕ ਤਲਖੀ ਨਾਲ ਮੀਟਿੰਗ ਸ਼ੁਰੂ ਹੋਈ, ਕਿਉਂਕਿ ਸ਼ੁਰੂ ਦੇ ਵਿੱਚ ਜਦੋਂ ਇੰਟਰ ਹੋਣ ਲੱਗੇ ਕਿਸਾਨ ਅਤੇ ਗਨਮੈਨਾਂ ਨੇ ਇਹਨੂੰ ਰੋਕ ਦਿੱਤਾ ਅਤੇ ਕਿਸਾਨਾਂ ਨੇ ਅੰਦਰ ਜਾਣ ਤੋਂ ਮਨਾ ਕਰ ਦਿੱਤਾ ਸੀ ਅਤੇ ਚੰਨੀ ਨੂੰ ਖੁਦ ਬਾਹਰ ਆ ਕੇ ਉਹਨਾਂ ਨੂੰ ਮਨਾਉਣ ਲਈ ਆਉਣਾ ਪਿਆ ਸੀਗਾ। ਤਾਂ ਬਾਅਦ 'ਚ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਨੇ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਜਿਹੜੀ 32 ਕਿਸਾਨ ਧਿਰਾਂ ਨੇ ਉਹਨਾਂ ਨੇ ਸਾਨੂੰ ਇੱਕ 18 ਨੁਕਾਤੀ ਏਜੰਡਾ ਦਿੱਤਾ ਸੀ, 18 ਮੰਗਾਂ ਅਸੀਂ ਉਹ ਵੀ ਮੰਨ ਲਈਆਂ, ਉਸ ਤੋਂ ਜ਼ਿਆਦਾ ਵੀ ਮੰਨ ਲਈਆਂ। ਅਤੇ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਕਰਜ਼ੇ ਵਾਲੀ ਮੰਗ ਹੈ ਉਹ ਅਸੀਂ ਪੈਂਡਿੰਗ ਰੱਖ ਲਈ ਹੈ, ਉਹ ਦੁਬਾਰਾ ਇਸ ਮਸਲੇ ਨੂੰ ਮੋੜਾ ਜਿਹੜਾ ਵਿਚਾਰ ਕੀਤਾ ਜਾਏਗਾ। ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਫੈਸਲਾ ਲੱਗਿਆ, ਇੱਕ ਤਾਂ ਇਹ ਆਤਿਸ਼ ਕਿ ਜਿਹੜਾ ਨਰਮਾ ਪੱਟੀ 'ਚ ਗੁਲਾਬੀ ਸੁੰਡੀ ਨਾਲ ਨੁਕਸਾਨ ਹੋਇਆ ਸੀ ਉਹਨਾਂ ਨੂੰ 12,000 ਮੁਆਵਜ਼ਾ ਪ੍ਰਤੀ ਏਕੜ ਦਿੱਤਾ ਗਿਆ ਸੀ, ਜਿਹਨਾਂ ਦਾ 75 ਤੋਂ ਲੈ ਕੇ 100% ਦੀ ਨੁਕਸਾਨ ਸੀ, 100% ਨੁਕਸਾਨ ਸੀ। ਤਾਂ ਅੱਜ ਸਰਕਾਰ ਨੇ, ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਹੈ ਕਿ ਉਹ ਜਿਹੜਾ ਮੁਆਵਜ਼ਾ ਵਧਾ ਕੇ 12,000 ਤੋਂ ਉਹ 17,000 ਪ੍ਰਤੀ ਏਕੜ ਕਰ ਦਿੱਤਾ। ਇਸ ਤਰ੍ਹਾਂ ਜਿਹੜੇ ਚੁਗਾਈ ਕਰਨ ਵਾਲੇ ਖੇਤ ਮਜ਼ਦੂਰ ਨੇ ਉਹਨਾਂ ਨੂੰ ਜਿਹੜਾ 10% ਮੁਆਵਜ਼ਾ ਦਿੱਤਾ ਗਿਆ ਸੀ ਪਹਿਲਾਂ, ਉਹਨਾਂ ਦਾ ਵਧਾ ਕੇ 10% ਹੋਰ ਐਡ ਕਰ ਦਿੱਤਾ ਗਿਆ। ਇੱਕ ਫੈਸਲਾ ਤਾਂ ਉਹਦੇ ਵਿੱਚ ਇਹ ਲਿਆ ਗਿਆ ਹੈ। ਦੂਸਰਾ ਹੈ ਕਿ ਜਿਹੜੇ ਕਿਸਾਨ ਘੋਲ ਦੌਰਾਨ ਪੰਜਾਬ ਦੇ ਕਿਸਾਨ ਸ਼ਹੀਦ ਹੋਏ ਜਾਂ ਮਜ਼ਦੂਰ ਸ਼ਹੀਦ ਹੋਏ ਨੇ, ਤਕਰੀਬਨ 650 ਦੀ ਗਿਣਤੀ ਉਹਨਾਂ ਦੀ ਬਣਦੀ ਹੈਗੀ ਹੈ। ਤਾਂ ਕਿਸਾਨ ਧਿਰਾਂ ਨੇ ਇਹ ਮਸਲਾ ਉਠਾਇਆ ਸੀ, ਕਿਸਾਨ ਆਗੂਆਂ ਨੇ, ਕਿ ਸਿਰਫ 200 ਬੰਦਿਆਂ ਨੂੰ ਰੁਜ਼ਗਾਰ ਦਿੱਤਾ ਗਿਆ, ਬਾਕੀ ਨੂੰ ਰੁਜ਼ਗਾਰ ਨਹੀਂ ਦਿੱਤਾ ਗਿਆ। ਉਹਦੇ ਵਿੱਚ ਚੀਫ ਮਿਨਿਸਟਰ ਨੇ ਕਿਹਾ ਕਿ ਤੁਸੀਂ ਆਪਣੀ ਸਾਰੀ ਸ਼ਨਾਖਤ ਕਰਕੇ ਬੰਦਿਆਂ ਦੀ ਮੈਨੂੰ ਦੇ ਦਿਓ, ਸਾਰਿਆਂ ਨੂੰ ਕੰਪਲੀਟ ਰੁਜ਼ਗਾਰ ਦਿੱਤਾ ਜਾਵੇਗਾ। ਇੱਕ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਇਸ ਮੀਟਿੰਗ ਦੇ ਵਿੱਚ ਕਿ ਜਿਹੜੇ ਪਰਾਲੀ ਦੇ ਹੁਣ ਤੱਕ ਪੰਜਾਬ ਦੇ ਵਿੱਚ ਜਿੰਨੇ ਵੀ ਪੁਲਿਸ ਕੇਸ ਦਰਜ ਹੋਏ ਨੇ ਉਹ ਸਾਰੇ ਜਿਹੜੇ ਕੈਂਸਲ ਕੀਤੇ ਜਾਣਗੇ। ਅੱਗੇ ਤੋਂ ਅਪੀਲ ਵੀ ਕੀਤੀ ਹੈ ਕਿਸਾਨਾਂ ਨੂੰ ਕਿ ਉਹ ਪਰਾਲੀ ਨੂੰ ਨਾ ਸਾੜਨ, ਅੱਗ ਨਾ ਲਾਉਣ। ਇਸ ਤਰ੍ਹਾਂ ਕਿਸਾਨ ਘੋਲ ਦੇ ਦੌਰਾਨ ਜਿਹੜੇ ਹੋਰ ਕੇਸ ਪਰਚੇ ਦਰਜ ਹੋਏ ਨੇ ਉਹ ਵੀ ਜਿਹੜੇ ਰੱਦ ਕੀਤੇ ਜਾਣਗੇ, ਇਹ ਵੀ ਫੈਸਲਾ ਹੋਇਆ। 500 ਦੇ ਕਰੀਬ ਸਬਜ਼ੀ ਦੇ ਕਾਸ਼ਤਕਾਰ ਹੈ ਜਿਨ੍ਹਾਂ ਨੂੰ ਮੁਫਤ ਬਿਜਲੀ ਨਹੀਂ ਮਿਲਦੀ ਸੀ, ਉਹਨਾਂ ਨੂੰ ਫੈਸਲਾ ਹੋਇਆ ਕਿ ਮੁਫਤ ਬਿਜਲੀ ਹੈ ਜਿਹੜੀ ਦਿੱਤੀ ਜਾਏਗੀ। ਤਾਂ ਕਿਸਾਨ ਧਿਰਾਂ ਨੇ ਇਹ 'ਤੇ ਅੱਜ ਬਾਅਦ 'ਚ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਅਤੇ ਉਹਦੇ ਵਿੱਚ ਇਹ ਗੱਲ ਪ੍ਰਮੁੱਖਤਾ ਨਾਲ ਉਹਨਾਂ ਨੇ ਕਿਹਾ ਕਿ ਜਿਹੜੀ ਕਰਜ਼ੇ ਵਾਲੇ ਇਸ਼ੂ 'ਤੇ ਜਿਹੜੀ ਸਾਡੀ ਗੱਲਬਾਤ ਹੋਈ ਹੈ
ਉਹਦੇ ਵਿੱਚ ਅਸੀਂ ਪੰਜਾਬ ਸਰਕਾਰ ਦੀ ਗੱਲਬਾਤ ਤੋਂ ਤਸੱਲੀ ਦੇ ਵਿੱਚ ਨਹੀਂ, ਸਾਡੀ ਤਸੱਲੀ ਨਹੀਂ ਹੋਈ ਜੀ ਕਿ ਪੰਜਾਬ ਦੇ ਕਿਸਾਨਾਂ ਦੇ ਸਿਰ 1.25 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈਗਾ ਤੇ ਸਰਕਾਰ ਨੇ ਸਿਰਫ 4600 ਕਰੋੜ ਰੁਪਇਆ ਮਾਫ ਕੀਤਾ ਹੈ। ਉਹ ਤੇ ਉਹਨਾਂ ਨੇ ਉਸ ਗੱਲ ਨੂੰ ਰਿਜੈਕਟ ਕੀਤਾ ਹੈ। ਬਾਕੀ ਗੱਲਾਂ ਨੂੰ ਸਲਾਹ ਹੈ, ਬਾਕੀ ਫੈਸਲਿਆਂ ਨੂੰ ਸਲਾਹ ਹੈ। ਔਰ ਇਹਨਾਂ ਨੇ ਵੀ ਦੱਸਿਆ ਕਿ ਅਸੀਂ ਇੱਕ ਮੰਗ ਉਠਾਈ ਹੈ ਕਿ ਜਿਹੜੇ ਕਿਸਾਨ ਹੈ ਜਾਂ ਖੇਤ ਮਜ਼ਦੂਰ ਹੈ ਉਹਨਾਂ ਲਈ ਪੈਨਸ਼ਨ ਸਕੀਮ ਹੈ ਵੀ ਜਿਹੜੀ ਉਹ ਸ਼ੁਰੂ ਕੀਤੀ ਜਾਵੇ, ਜਾਂ ਜਿਹੜੀਆਂ ਸਰਕਾਰੀ ਨੌਕਰੀਆਂ ਨੇ ਜਾਂ ਪ੍ਰਾਈਵੇਟ ਨੌਕਰੀਆਂ ਉਹਨਾਂ ਦੇ ਵਿੱਚ ਪੰਜਾਬੀਆਂ ਨੂੰ ਤਰਜੀਹੀ ਕੋਟਾ ਜਿਹੜਾ ਉਹ ਦਿੱਤਾ ਜਾਵੇ। ਇਹ 'ਤੇ ਵੀ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ। ਜੀ ਦੇਖੋ, ਜਦੋਂ ਚੋਣਾਂ ਵਾਲਾ ਟਾਈਮ ਹੁੰਦਾ ਹੈ ਆਤਿਸ਼, ਉਦੋਂ ਸਾਰੇ ਆਪਾਂ ਕਹਿੰਦੇ ਤੱਕਲੇ ਵਾਂਗੂ ਸਿੱਧੇ ਹੋਏ ਹੁੰਦੇ ਨੇ। ਜਿਹੜਾ ਕਿਸਾਨ ਹੈ ਸਾਡਾ, ਉਹ ਇੱਕ ਸ਼ਾਨਦਾਰ ਦਰੱਖਤ ਹੈ, ਛਾਂ ਵਾਲਾ ਦਰੱਖਤ ਹੈ। ਅਗਰ ਜੋ ਵੀ ਇਸ ਨੂੰ ਕੱਟੇਗਾ ਉਹ ਆਪਣੇ ਭਵਿੱਖ ਨੂੰ ਲੈ ਕੇ ਜ਼ਰੂਰ ਪਛਤਾਏਗਾ। ਸੋ ਇਹ ਗੱਲ ਸਾਡੀ ਪੰਜਾਬ ਸਰਕਾਰ ਨੇ ਤਾਂ ਸਮਝ ਲਈ ਹੈ। ਉਮੀਦ ਕਰਦੇ ਹਾਂ ਕਿ ਭਾਰਤ ਸਰਕਾਰ ਵੀ ਦੀ ਸਮਝ 'ਚ ਵੀ ਇਹ ਗੱਲ ਛੇਤੀ ਆ ਜਾਏਗੀ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਦੱਸਿਆ ਹੈ ਵੀ ਕਿ ਕਿਸਾਨ ਇੱਕ ਛਾਂਦਾਰ ਦਰੱਖਤ ਹੈ ਤੇ ਉਸ ਨੂੰ ਜਿਹੜਾ ਵੀ ਕੱਟੇਗਾ ਉਹ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਹੀ ਪਛਤਾਵੇਗਾ। ਪੰਜਾਬ ਸਰਕਾਰ ਨੇ ਤਾਂ ਇਹ ਗੱਲ ਸਮਝਦੇ ਹੋਏ ਜਿਹੜਾ ਹੈਗਾ ਕਿਸਾਨਾਂ ਦੀ 18 ਮੰਗਾਂ ਨੂੰ ਜਿਹੜਾ ਹੈਗਾ ਮੰਨ ਲਿੱਤਾ ਗਿਆ। ਉੱਥੇ ਹੀ ਕਰਜ਼ੇ ਦੀ ਮੰਗ ਨੂੰ ਜਿਹੜਾ ਹੈਗਾ ਪੈਂਡਿੰਗ ਰੱਖਿਆ ਗਿਆ। ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਇਹ ਗੱਲ ਕੇਂਦਰ ਸਰਕਾਰ ਕਦੋਂ ਸਮਝਦੀ ਹੈ ਤੇ ਕਿਸਾਨਾਂ ਨੂੰ ਖੁਸ਼ੀ-ਖੁਸ਼ੀ ਆਪਣੇ ਘਰ ਕਦੋਂ ਵਾਪਸ ਭੇਜਦੀ ਹੈ ਉਹਨਾਂ ਦੀ ਮੰਗਾਂ ਨੂੰ ਮੰਨਦੇ ਹੋਏ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।